जद जुड़न लोकां नाल लोक वोटां नाल वोट बने तद लोकतंत्र दा सिस्टम मतदाता जुड़दे जान बने तद ऐसा नवा कनेक्शन मतदाता जंक्शन हैशटैग मतदाता जंक्शन हैशटैग मतदाता जंक्शन। नमस्कार, मतदाता जंक्शन च तुहाडा सारिਆਂ ਦਾ ਸਵਾਗਤ ਹੈ। मैं हाँ तुहाडा दोस्त भारत ते मेरे नाल ने बई भारती ਕਿਹੜੇ ਖਿਆਲਾਂ 'ਚ ਡੁੱਬੇ ਹੋਏ ਹੋ? ਅੱਜ ਤਾਂ ਤੁਸੀਂ ਸਰੋਤਿਆਂ ਨੂੰ ਨਮਸਕਾਰ ਕਰਨਾ ਵੀ ਭੁੱਲ ਗਏ। ਉਹ ਕੁਝ ਨਹੀਂ, ਮੈਂ ਬਸ ਆਪਣੀ ਸਹੇਲੀ ਸ਼ੋਭਿਤਾ ਦੇ ਬਾਰੇ ਸੋਚ ਰਹੀ ਹਾਂ। ਅੱਜ ਉਹਨੇ ਮੈਨੂੰ ਇੱਕ ਸਵਾਲ ਪੁੱਛਿਆ ਕਿ ਮੇਰੇ ਇੱਕ ਵੋਟ ਨਾਲ ਆਖਰ ਕੀ ਹੋਏਗਾ। ਖੈਰ ਛੱਡੋ, ਮੈਂ ਉਹਨੂੰ ਸਮਝਾ ਦਿੱਤਾ ਹੈ। ਇਦਾਂ ਕਿਵੇਂ ਛੱਡੋ? ਇਹ ਤਾਂ ਬਹੁਤ ਅਹਿਮ ਸਵਾਲ ਹੈ ਤੇ ਇਹ ਸਵਾਲ ਤਾਂ ਭਾਰਤ ਦੇ ਕਈ ਲੋਕਾਂ ਦੇ ਮਨ 'ਚ ਹੋਏਗਾ। मतदाता ਦਾ ਹਰੇਕ ਵੋਟ ਕੀਮਤੀ ਹੁੰਦਾ ਹੈ। ਭਾਰਤੀ, ਤੁਸੀਂ ਪ੍ਰੋਗਰਾਮ ਸ਼ੁਰੂ ਕਰੋ। ਅੱਜ ਅਸੀਂ ਪਾਵਰ ਆਫ ਵੋਟ ਯਾਨੀ ਕਿ ਵੋਟ ਦੀ ਤਾਕਤ ਉੱਪਰ ਹੀ ਗੱਲ ਕਰਾਂਗੇ। ਨਮਸਕਾਰ ਸਾਥੀਓ, ਮੈਂ ਹਾਂ ਤੁਹਾਡੀ ਦੋਸਤ ਭਾਰਤੀ। ਸੋਹਣ ਹਲਵਾਈ ਦੀ ਦੁਕਾਨ ਤੇ ਅੱਜ ਚੁਣਾਵੀ ਚਾਚਾ ਆਉਣ ਵਾਲੇ ਨੇ। ਆਪਣੇ ਸਾਥੀਆਂ ਨੂੰ ਉੱਥੇ ਹੀ ਲੈ ਕੇ ਚੱਲਦੇ ਹਾਂ। ਬਿਲਕੁਲ ਜੀ, ਬਈ ਸਾਨੂੰ ਵੀ ਤਾਂ ਪਤਾ ਲੱਗੇ ਕਿ ਅੱਜ ਉੱਥੇ ਕੀ ਹੋਣ ਵਾਲਾ ਹੈ। ਤੁਸੀਂ ਕਿੱਧਰੋਂ ਆ ਗਏ ਹੋ? ਚਲੋ ਨਿਕਲੋ ਇੱਥੋਂ। ਉਹ ਨਹੀਂ ਵੀ ਨਹੀਂ, ਇਹਨਾਂ ਬੱਚਿਆਂ ਨੂੰ ਇੱਥੇ ਹੀ ਰਹਿਣ ਦਿਓ ਬੇਟਾ। ਇਹਨਾਂ ਨੇ ਤਾਂ ਵੱਡੇ ਹੋ ਕੇ ਦੇਸ਼ ਦਾ ਭਵਿੱਖ ਤੈਅ ਕਰਨਾ। ਠੀਕ ਹੈ ਚਾਚਾ ਜੀ, ਤੁਸੀਂ ਕਹਿੰਦੇ ਹੋ ਤਾਂ ਇਹਨਾਂ ਬੱਚਿਆਂ ਨੂੰ ਇੱਥੇ ਹੀ ਰਹਿਣ ਦਿੰਦੇ ਆ। ਪਰ ਬੱਚਿਓ, ਚੁੱਪਚਾਪ ਬਹਿਣਾ ਇੱਥੇ, ਕੋਈ ਰੌਲਾ ਨਹੀਂ ਪਾਉਣਾ, ਠੀਕ ਹੈ? ਨਮਸਤੇ ਚਾਚਾ ਜੀ। ਨਮਸਤੇ ਨਰਸ ਦੀਦੀ ਸੁਮਨ। ਇਹ ਅੱਜ ਨਰਸ ਐਸੋਸੀਏਸ਼ਨ ਛੱਡ ਕੇ ਤੁਸੀਂ ਇੱਥੇ ਕਿਵੇਂ? ਇੱਕ ਬਹੁਤ ਵੱਡੀ ਸਮੱਸਿਆ ਚਾਚਾ ਜੀ। ਸਮੱਸਿਆ? ਉਹ ਕੀ? ਇੱਥੋਂ ਦੇ ਨਾ ਹਸਪਤਾਲ 'ਚ ਕੰਮ ਕਰਨ ਵਾਲੀਆਂ ਕੁਝ ਨਰਸਾਂ ਇੱਥੋਂ ਦੀਆਂ ਹੀ ਰਹਿਣ ਵਾਲੀਆਂ ਨੇ। ਇਸੇ ਕਰਕੇ ਉਹਨਾਂ ਦਾ ਵੋਟਰ ਆਈਡੀ ਕਾਰਡ ਤਾਂ ਬਣਿਆ ਹੋਇਆ, ਪਰ ਕੁਝ ਨਰਸਾਂ ਬਾਹਰੋਂ ਆਈਆਂ ਨੇ ਜੋ ਆਪਣੇ ਰਾਜ ਵਿੱਚ ਵੀ ਵੋਟ ਨਹੀਂ ਪਾ ਸਕਦੀਆਂ ਤੇ ਇੱਥੇ ਵੀ ਨਹੀਂ, ਕਿਉਂਕਿ ਉਹਨਾਂ ਨੂੰ ਆਪਣੇ ਵੋਟ ਦੀ ਤਾਕਤ ਦਾ ਅੰਦਾਜ਼ਾ ਹੀ ਨਹੀਂ ਹੈ। ਚਾਚਾ ਜੀ, ਇਸ ਤਾਕਤ ਬਾਰੇ ਉਹਨਾਂ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ, ਜਿਸ ਨਾਲ ਉਹ ਜਲਦੀ ਆਪਣਾ ਵੋਟਰ ਆਈਡੀ ਕਾਰਡ ਬਣਵਾ ਲੈਣ ਤੇ ਹਰੇਕ ਚੋਣਾਂ ਵਿੱਚ ਆਪਣੀ ਇਸ ਤਾਕਤ ਤੇ ਮਾਣ ਕਰਨ। ਇਹ ਤਾਂ ਵਾਕਈ ਬਹੁਤ ਵੱਡੀ ਸਮੱਸਿਆ ਹੈ। ਤੇ ਚਾਚਾ ਜੀ, ਇਹ ਸਮੱਸਿਆ ਸਿਰਫ ਸਾਡੇ ਸ਼ਹਿਰ ਦੀ ਨਹੀਂ ਹੈ, ਸਗੋਂ ਸਾਡੇ ਸ਼ਹਿਰ ਦੇ ਨਾਲ ਜਿਹੜੇ ਸਾਡੇ ਸਾਥੀ ਵੱਖ-ਵੱਖ ਰਾਜਾਂ ਤੋਂ ਪੜ੍ਹਨ ਲਈ ਆਉਂਦੇ ਨੇ, ਉਹ ਵੀ ਇਸ ਗੱਲ ਤੋਂ ਬੇਖਬਰ ਨੇ। ਚਾਚਾ ਜੀ, ਕੋਈ ਜਦੋਈ ਨੁਸਖਾ ਦਿਓ ਉਹਨਾਂ ਨੂੰ ਸਮਝਾਉਣ ਦਾ, ਬਾਕੀ ਦਾ ਕੰਮ ਸਾਡਾ। ਵੀ ਦੇਖੋ, ਜੇ ਇੱਕ ਵੋਟ ਜ਼ਰੂਰੀ ਨਾ ਹੁੰਦਾ ਤਾਂ ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ਦੇ ਊਨਾ ਵਿਧਾਨ ਸਭਾ ਖੇਤਰ ਦੇ ਸੰਘਣੇ ਜੰਗਲਾਂ 'ਚ ਇੱਕ ਮੰਦਰ ਜਿਹਦੇ ਪੁਜਾਰੀ ਨੇ ਗੁਰੂ ਭਗਤ ਦਾਸ, ਸਿਰਫ ਉਹਨਾਂ ਦੇ ਵੋਟ ਵਾਸਤੇ ਚੁਣਾਵ ਆਯੋਗ ਮਤਦਾਨ ਦੀ ਵਿਵਸਥਾ ਕਿਉਂ ਕਰਦਾ? ਕੀ ਕਹਿ ਰਹੇ ਹੋ ਚਾਚਾ ਜੀ? ਉੱਥੇ ਹੋਰ ਕੋਈ ਨਹੀਂ ਰਹਿੰਦਾ? ਨਹੀਂ ਸੁਣ, ਸਪਨੇਸ਼ ਬਿਲਿਆਤ ਪਿੰਡ ਤੋਂ ਬਨੇਜ ਮੰਦਰ 20 ਕਿਲੋਮੀਟਰ ਦੂਰ ਹੈ। ਉੱਥੇ ਲੋਕ ਸਿਰਫ ਦਿਨ 'ਚ ਹੀ ਦਰਸ਼ਨ ਕਰਨ ਜਾਂਦੇ ਆ। ਭਗਤ ਦਾਸ ਉੱਥੇ ਇਕੱਲੇ ਹੀ ਰਹਿੰਦੇ ਨੇ ਤੇ ਸਿਰਫ ਉਹਨਾਂ ਵਾਸਤੇ ਪੋਲਿੰਗ ਬੂਥ ਬਣਾਇਆ ਜਾਂਦਾ। ਦੇਖਿਆ, ਇਹ ਹੈ ਇੱਕ ਵੋਟ ਦੀ ਤਾਕਤ। ਬਈ ਹੋਰ ਤਾਂ ਹੋਰ, ਬਈ ਇੱਕ ਵੋਟ ਨਾਲ ਸਰਕਾਰਾਂ ਤੱਕ ਡਿੱਗ ਵੀ ਜਾਂਦੀਆਂ ਨੇ ਤੇ ਬਚ ਵੀ ਜਾਂਦੀਆਂ ਨੇ। ਤੁਸੀਂ ਤਾਂ ਬੜੀ ਪਤੇ ਦੀ ਗੱਲ ਦੱਸੀ ਚਾਚਾ ਜੀ। ਬਸ ਹੁਣ ਮੈਨੂੰ ਰਸਤਾ ਮਿਲ ਗਿਆ। ਹੁਣ ਤਾਂ ਮੈਂ ਹਰੇਕ ਮਹੀਨੇ ਆਪਣੀਆਂ ਨਰਸ ਭੈਣਾਂ ਦੀ ਮੀਟਿੰਗ ਕਰਾਂਗੀ ਤੇ ਅਜਿਹੀਆਂ ਕੁਝ ਹੋਰ ਉਦਾਹਰਨਾਂ ਦੇ ਕੇ ਉਹਨਾਂ ਨੂੰ ਇੱਕ ਵੋਟ ਦੀ ਤਾਕਤ ਸਮਝਾਵਾਂਗੀ। ਹਾਂ ਚਾਚਾ ਜੀ, ਹੁਣ ਤਾਂ ਮੈਂ ਵੀ ਆਪਣੇ ਸਾਥੀਆਂ ਨੂੰ ਕਹਾਂਗਾ ਕਿ ਤੁਹਾਡੇ ਇੱਕ ਵੋਟ ਦੇ ਵਿੱਚ ਇਤਿਹਾਸ ਨੂੰ ਬਣਾਉਣ ਦੀ ਤਾਕਤ ਹੈ। ਦੇਖਿਆ ਭਾਰਤੀ, ਸੁਮਨ ਦੀਦੀ ਨੇ ਤਾਂ ਸਾਰਿਆਂ ਨੂੰ ਜਾਗਰੂਕ ਕਰਨ ਦਾ ਸੰਕਲਪ ਲੈ ਲਿਆ ਹੈ। ਹਾਂ ਭਾਰਤ, ਜਦੋਂ ਮੈਂ ਸੁਮਨ ਦੀਦੀ ਦੀਆਂ ਗੱਲਾਂ ਸੁਣ ਰਹੀ ਸੀ ਤਾਂ ਮੈਂ ਜ਼ੋਰ ਨਾਲ ਬੋਲਣਾ ਚਾਹ ਰਹੀ ਸੀ ਕਿ ਕੀ ਬੋਲਣਾ ਚਾਹ ਰਹੇ ਸੀ? ਇਹੀ ਕਿ ਸੁਮਨ ਦੀਦੀ ਅੱਗੇ ਵਧੋ, ਅਸੀਂ ਤੁਹਾਡੇ ਨਾਲ ਆ। ਇਹ ਹੋਈ ਨਾ ਗੱਲ। ਕਾਸ਼ ਇਸੇ ਤਰ੍ਹਾਂ ਲੋਕੀ ਇੱਕ ਦੂਜੇ ਨੂੰ ਪ੍ਰੇਰਿਤ ਕਰਨ ਤਾਂ ਬਹੁਤ ਹੀ ਅੱਛਾ ਹੋਏਗਾ। ਕਾਸ਼ ਕਿਉਂ, ਹੁਣ ਤਾਂ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਹੁਣ ਦੇਖੋ, ਸਾਬਕਾ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਜੀ ਕੀ ਕਹਿ ਰਹੇ ਨੇ। क्या आप जानते हैं, ये वर्ल्ड कप हमारी झोली में ऐसे ही नहीं गिरा। हर मैच में खेले गए हर शॉट और हर बॉल का इंपॉर्टेंस था।
तब कहीं जाकर वर्ल्ड कप हमारा हुआ। लेकिन इससे बढ़कर भी एक मैच है जहां आप अपनी शक्ति दिखा सकते हैं, वो है चुनाव। 18 साल होते ही अपना नाम वोटर लिस्ट में रजिस्टर करवाएं और वोट डालने के लिए तैयार हो जाएं। यही आपकी असली ताकत है, इसका इस्तेमाल करें। ਸੁਣਿਆ ਫਿਰ ਕ੍ਰਿਕਟ ਦੇ ਮੈਦਾਨ 'ਚ ਝੰਡੇ ਗੱਡਣ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿੰਨੇ ਆਸਾਨ ਤਰੀਕੇ ਨਾਲ ਆਪਣੀ ਗੱਲ ਕਹਿ ਦਿੱਤੀ। ਹਾਂ ਭਾਰਤ, ਠੀਕ ਕਿਹਾ ਤੁਸੀਂ। ਭਈ ਮੈਨੂੰ ਤਾਂ ਬਹੁਤ ਭੁੱਖ ਲੱਗੀ ਹੋਈ ਆ ਹੁਣ। ਤਾਂ ਫਿਰ ਏਦਾਂ ਕਰੋ, ਖੇਤ 'ਚ ਕਣਕ ਬੀਜੋ, ਫਿਰ ਫਸਲ ਤਿਆਰ ਕਰੋ, ਕਣਕ ਵੱਢੋ, ਚੱਕੀ ਤੇ ਕਣਕ ਪੀਸੋ, ਆਟਾ ਬਣਾਓ ਤੇ ਫਿਰ ਰੋਟੀ ਬਣਾ ਕੇ ਖਾ ਲਓ। ਬਈ ਇਹ ਕੀ? ਤੁਹਾਡੀ ਗੱਲ ਸੁਣ ਕੇ ਤਾਂ ਮੇਰੀ ਭੁੱਖ ਹੀ ਮਰ ਗਈ, ਗਾਇਬ ਹੀ ਹੋ ਗਈ। ਇੱਕ ਨਿੱਕੀ ਜਿਹੀ ਗੱਲ ਦਾ ਇੰਨਾ ਮੁਸ਼ਕਿਲ ਜਵਾਬ। ਵੈਸੇ ਇਹ ਗੱਲ ਸਾਨੂੰ ਸਾਰਿਆਂ ਨੂੰ ਸੋਚਣੀ ਚਾਹੀਦੀ ਹੈ। ਸਾਡੇ ਵਾਸਤੇ ਅੰਨ ਉਗਾ ਕੇ ਕਿਸਾਨ ਸਾਡੇ ਉੱਤੇ ਕਿੰਨਾ ਅਹਿਸਾਨ ਕਰਦੇ ਨੇ। ਤਾਂ ਤੁਸੀਂ ਸਮਝ ਸਕਦੇ ਹੋ ਕਿ ਸਾਡੇ ਹਰੇਕ ਸਵਾਲ ਦਾ ਜਵਾਬ ਸਾਡੇ ਕਿਸਾਨ ਭਰਾਵਾਂ ਦੇ ਕੋਲ ਹੈ। ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਐਵੇਂ ਤਾਂ ਨਹੀਂ ਸੀ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ। ਤਾਂ ਆਓ ਅਸੀਂ ਆਪਣੇ ਸਾਥੀਆਂ ਨੂੰ ਮਜ਼ਬੂਤ ਲੋਕਤੰਤਰ ਵਾਸਤੇ ਇੱਕ ਕਿਸਾਨ ਭਾਈ ਦੇ ਵਿਚਾਰ ਸੁਣਾਉਂਦੇ ਹਾਂ। मैं विजय शर्मा जम्मू के जिला सांबा के गांव जख से बोल रहा हूं। हमारे संविधान ने हर भारतीय को वोट डालने का अधिकार दिया है। वोट हर इंसान को डालना चाहिए। अगर मैं अपनी सोच के मुताबिक या फिर मौजूदा समय में समाज की मांग है तो हमारे नेता भी ऐसा होना चाहिए कि जैसे एक किसान अच्छी खेतीबाड़ी के लिए अच्छी क्वालिटी के बीजों व अच्छी क्वालिटी के खाद का इस्तेमाल करके अच्छी फसल की उम्मीद करता है, तो हम सभी को चाहिए कि अगर हम लोगों ने नेता का चुनाव करना है वो पढ़ा लिखा हो, सूझबूझ वाला हो, दूर अंदेशी हो, समाज को भली भांति समझता हो, गरीबों के हक के लिए मेहनती हो और समाज में बढ़ रही कुरीतियों को खत्म करने के लिए समाज में अपना अच्छा ईमानदारी से योगदान दे। तभी तो हमारा देश डेमोक्रेसी में नंबर 1 होने के साथ साथ विश्व गुरु बन सकता है। वोट का अधिकार हर इंसान को है, हर इंसान ने वोट डालना चाहिए। तेरे मुल्क को हरदम तेरा साथ है जरूरी, तेरी आवाज भी जरूरी, तेरा वोट भी जरूरी, तेरी आवाज भी जरूरी, तेरा वोट भी जरूरी। ਤਾਂ ਦੇਖਿਆ ਤੁਸੀਂ ਕਿ ਸਾਡੇ ਦੇਸ਼ ਦੇ ਕਿਸਾਨ ਕਿੰਨੇ ਜਾਗਰੂਕ ਨੇ। ਭਾਰਤ, ਕਿਸਾਨ ਦੀ ਗੱਲ ਤਾਂ ਆਪਾਂ ਸੁਣ ਲਈ, ਪਰ ਦੇਖੋ ਇਹ ਕੀ ਕਹਿ ਰਹੀਆਂ ਨੇ। ਅਰੇ ਮੁਦਿਤਾ ਦੀਦੀ, ਅੱਜਕੱਲ ਤੁਸੀਂ ਸਰੋਜਨੀ ਨਗਰ 'ਚ ਰਹਿਣ ਲੱਗ ਗਏ ਹੋ ਨਾ? ਹਾਂ, ਇਹਨਾਂ ਦਾ ਆਫਿਸ ਉੱਥੇ ਕੋਲ ਹੀ ਹੈ ਨਾ, ਇਸ ਕਰਕੇ। ਫਿਰ ਤਾਂ ਇਸ ਵਾਰ ਤੁਸੀਂ ਨਵੇਂ ਵਿਧਾਨ ਸਭਾ ਖੇਤਰ 'ਚ ਵੋਟ ਪਾਓਗੇ? ਨਹੀਂ ਕਲਪਨਾ, ਇਸ ਵਾਰ ਅਸੀਂ ਦੋਨੋਂ ਹੀ ਵੋਟ ਨਹੀਂ ਪਾ ਸਕਾਂਗੇ। ਟਾਈਮ ਹੀ ਨਹੀਂ ਮਿਲਦਾ ਕਿ ਕਿਸੇ ਦਫ਼ਤਰ ਦੇ ਚੱਕਰ ਲਾਈਏ ਤੇ ਆਪਣਾ ਐਡਰੈਸ ਬਦਲਵਾਈਏ। ਮੁਦਿਤਾ ਦੀਦੀ, ਇਹ ਤਾਂ ਬਹੁਤ ਹੀ ਆਸਾਨ ਹੈ। ਤੁਸੀਂ https:voterportal.eci.gov.in ਤੇ ਜਾ ਕੇ ਫਾਰਮ 8 ਤੇ ਕਲਿੱਕ ਕਰੋ, ਆਪਣੇ ਸਹੀ ਦਸਤਾਵੇਜ਼ ਜੋੜੋ ਤੇ ਬਸ ਹੋ ਗਿਆ ਕੰਮ ਤੁਹਾਡਾ। ਤੇ ਜੇ ਐਡਰੈਸ ਫੇਰ ਵੀ ਨਾ ਬਦਲਿਆ ਤਾਂ ਕਿਵੇਂ ਪਤਾ ਲੱਗੇਗਾ ਕਿ ਕੰਮ ਹੋ ਗਿਆ ਜਾਂ ਨਹੀਂ ਹੋਇਆ? ਇਸ ਦੇ ਲਈ ਤੁਹਾਨੂੰ ਇੱਕ ਰੈਫਰੈਂਸ ਆਈਡੀ ਮਿਲੇਗਾ। ਉਸ ਨੰਬਰ ਦੀ ਮਦਦ ਨਾਲ ਤੁਸੀਂ ਆਪਣੀ ਅਰਜ਼ੀ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਤੇ ਜੇ ਚੋਣਾਂ ਨਜ਼ਦੀਕ ਨੇ ਤੇ ਵੋਟਰ ਆਈਡੀ ਕਾਰਡ ਨਹੀਂ ਮਿਲਿਆ ਪਰ ਲਿਸਟ 'ਚ ਤੁਹਾਡਾ ਨਾਂ ਹੈ ਤਾਂ ਤੁਸੀਂ ਦੂਸਰੀ ਫੋਟੋ ਆਈਡੀ ਪ੍ਰੂਫ ਨਾਲ ਵੋਟ ਪਾ ਸਕਦੇ ਹੋ। ਕਲਪਨਾ, ਤੂੰ ਤਾਂ ਹਰ ਗੱਲ ਸਮਝਾਉਣ 'ਚ ਐਕਸਪਰਟ ਹੋ ਗਈ ਹੈ। ਇਹ ਤਾਂ ਬੜਾ ਹੀ ਆਸਾਨ ਤਰੀਕਾ ਹੈ। ਮੈਂ ਅੱਜ ਹੀ ਫਾਰਮ 8 ਭਰਦੀ ਹਾਂ। ਵੈਸੇ ਇਸ ਕੀਮਤੀ ਸਲਾਹ ਵਾਸਤੇ ਆਪਣੀ ਫੀਸ ਤਾਂ ਦੱਸ ਦੇ। ਫੀਸ ਸੋਚਣ ਦੋ। हाँ, जिस दिन वोट पाओगे उस दिन बस ना एक रसगुल्ला खवा देना, ठीक है ना? ਘਰ ਆਹ ਤਾਂ ਸਹੀ, ਇੱਕ ਨਹੀਂ 4 ਰਸਗੁੱਲੇ ਖਵਾਵਾਂਗੇ। ਬਈ ਇਹਨਾਂ ਦੋਹਾਂ ਦੀਆਂ ਗੱਲਾਂ ਸੁਣ ਕੇ ਤਾਂ ਮਜ਼ਾ ਹੀ ਆ ਗਿਆ। ਬਿਲਕੁਲ, ਕਲਪਨਾ ਹਰੇਕ ਗੱਲ ਨੂੰ ਬੜੀ ਸਹਿਜਤਾ ਨਾਲ ਸਮਝਾ ਦਿੰਦੀ ਹੈ। ਹੁਣ ਹਰ ਵੋਟ ਦੀ ਤਾਕਤ ਨੂੰ ਸਮਝਣਾ ਤੇ ਸਮਝਾਉਣਾ ਹੈ ਤਾਂ ਇਹਦੇ ਬਾਰੇ ਥੋੜਾ ਹੋਰ ਵਿਸਥਾਰ ਨਾਲ ਸਮਝ ਲੈਂਦੇ ਹਾਂ। इन्हें भारत के चोण कमिश्नर श्री अनूप चंद्र पांडे। भारत विश्व का सबसे बड़ा लोकतंत्र है। 95 करोड़ से भी अधिक वोटर भारत में वोट देते हैं और
भारत की विविधताएं बहुत अधिक हैं, तो इसके कारण ये एक बहुत बड़ा चैलेंजिंग जॉब है। मुझे लगता है विश्व की ये सबसे बड़ी मैनेजमेंट एक्सरसाइज है चुनाव कराना। इसमें तमाम प्रक्रियाएं जुड़ी हुई हैं, जिन प्रक्रियाओं को देखना है तो एक बहुत बड़ा कार्य है। जिस समय चुनाव होता है तो चुनाव के लिए पूरे देश में 10 लाख से ज्यादा मतदान केंद्र हैं। मतदान केंद्र किसी भी वोटर के 2 किलोमीटर के नजदीक हो, एक सार्वजनिक स्थल पर हो, स्कूल हो या कोई और सामुदायिक केंद्र हो, वहाँ पर उसकी व्यवस्था करना, फिर वहाँ पर हर किस्म की अवस्थापना सुविधाएं जुटाना, जैसे पृथक के टॉयलेट्स हों, पानी की व्यवस्था हो, अगर दिव्यांगजन हैं तो उनके लिए रैंप की व्यवस्था हो, बिजली की व्यवस्था हो, पानी की व्यवस्था हो, वहाँ शेल्टर की व्यवस्था हो, तो ये सारी व्यवस्थाएं सुनिश्चित कराना ये अपने में एक दायित्व है। मैं आपको ये बताना चाहूँगा, एक बूथ हमारा ऐसा है जहाँ एक वोटर है, एक वोटर को लेने के लिए 10 लोग वहाँ जाते हैं। तो हमारे लिए एक एक मतदाता बहुत महत्वपूर्ण है। फर्स्ट टाइम वोटर्स को मैं यही संदेश देना चाहूँगा कि इस राष्ट्र का भविष्य है वो आपके हाथ में है, और चुनाव जो है वो एक बहुत सशक्त माध्यम है। अपने वोट का, अपने अधिकार का पूरा प्रयोग करें ताकि आप अपने लिए बहुत ही लोकतंत्र के हिसाब से बहुत सशक्त और बहुत अच्छा अपना शासन चुन सकें। बूंद है तो अब सागर बन, किरण है तो अब सूरज बन। ਤੁਸੀਂ ਤਾਂ ਬਹੁਤ ਅਹਿਮ ਜਾਣਕਾਰੀ ਦਿੱਤੀ ਹੈ ਜੀ। ਭਾਰਤੀ, ਜਿਵੇਂ ਪਹਿਲਾ ਪਿਆਰ, ਪਹਿਲੀ ਨੌਕਰੀ, ਇਹਨਾਂ ਸਭ ਦੀ ਖੁਸ਼ੀ ਬਿਲਕੁਲ ਵੱਖਰੀ ਹੁੰਦੀ ਹੈ ਨਾ, ਉਵੇਂ ਹੀ ਪਹਿਲੀ ਵਾਰ ਵੋਟ ਪਾਉਣ ਦੀ ਖੁਸ਼ੀ ਦੀ ਤਾਂ ਕਿਆ ਹੀ ਬਾਤ ਹੈ। ਮੈਨੂੰ ਵੀ ਉਹ ਦਿਨ ਯਾਦ ਆ ਗਿਆ ਹੈ ਜਦੋਂ ਮੈਂ ਪਹਿਲੀ ਵਾਰ ਆਪਣੇ ਵੋਟ ਦੀ ਤਾਕਤ ਨੂੰ ਮਹਿਸੂਸ ਕੀਤਾ ਸੀ, ਕਿਉਂਕਿ ਮੈਂ ਜਿਹੜੇ ਉਮੀਦਵਾਰ ਨੂੰ ਵੋਟ ਪਾਇਆ ਸੀ ਉਹ ਜਿੱਤ ਗਿਆ ਸੀ। ਬਹੁਤ ਖੂਬ, ਪਰ ਹੁਣ ਖਿਆਲਾਂ ਚੋਂ ਬਾਹਰ ਨਿਕਲੋ ਕਿਉਂਕਿ ਹਾਲੇ ਇੱਕ ਜ਼ਰੂਰੀ ਕੰਮ ਬਾਕੀ ਹੈ। ਬਈ ਉਹ ਕੀ? ਬਈ ਸਾਡੇ ਇੰਨੇ ਸਾਰੇ ਸਰੋਤਿਆਂ ਨੇ ਪਿਛਲੇ ਸਵਾਲ ਦੇ ਜਵਾਬ ਭੇਜੇ ਨੇ। ਜੇਤੂਆਂ ਦੇ ਨਾਂ ਤਾਂ ਦੱਸ ਦਿਓ। ਇਹ ਰਿਹਾ ਸਾਡਾ ਸਵਾਲ ਜਵਾਬ ਸੈਕਸ਼ਨ। ਮਤਦਾਤਾ ਜੰਕਸ਼ਨ ਦੇ ਪਹਿਲੇ ਐਪੀਸੋਡ ਦਾ ਸਾਡਾ ਸਵਾਲ ਸੀ ਕਿ ਭਾਰਤ ਵਿੱਚ ਮਤਦਾਤਾ ਦਿਵਸ ਯਾਨੀ ਵੋਟਰ ਦਿਹਾੜਾ ਕਦੋਂ ਮਨਾਇਆ ਜਾਂਦਾ ਹੈ, ਤੇ ਇਸ ਸਵਾਲ ਦਾ ਸਹੀ ਜਵਾਬ ਹੈ 25 ਜਨਵਰੀ। ਤੇ ਇਸ ਸਵਾਲ ਦੇ ਜਵਾਬ ਵਿੱਚ ਸਾਨੂੰ ਹਜ਼ਾਰਾਂ WhatsApp ਮੈਸੇजेस ਮਿਲੇ ਨੇ, ਜਿਨ੍ਹਾਂ ਵਿੱਚੋਂ ਚੁਣੇ ਗਏ ਲੱਕੀ ਵਿਜੇਤਾ ਨੇ ਉੱਤਰ ਪ੍ਰਦੇਸ਼ ਦੇ ਬਸਤੀ ਜਨਪਦ ਦੀ ਹਰਈਆ ਤਹਿਸੀਲ ਦੇ ਪਿੰਡ ਫੜਦਾਪੁਰ ਦੇ ਰਹਿਣ ਵਾਲੇ ਬ੍ਰਹਮਾਨੰਦ ਤ੍ਰਿਪਾਠੀ। ਬਹੁਤ ਬਹੁਤ ਵਧਾਈ। ਤੁਹਾਡਾ ਇਨਾਮ ਤੁਹਾਡੇ ਵੱਲੋਂ ਦਿੱਤੇ ਪਤੇ ਉੱਪਰ ਜਲਦੀ ਹੀ ਪਹੁੰਚਾ ਦਿੱਤਾ ਜਾਏਗਾ। ਤੇ ਇਹ ਹੈ ਇਸ ਵਾਰ ਦਾ ਸਵਾਲ, ਕਿਸ ਸਾਲ ਸੰਸਦ ਵਿੱਚ ਵਿਸ਼ਵਾਸ ਮਤ ਹਾਸਿਲ ਕਰਨ ਵਿੱਚ ਇੱਕ ਵੋਟ ਦੀ ਕਮੀ ਦੇ ਕਾਰਨ ਤਤਕਾਲੀਨ ਪ੍ਰਧਾਨ ਮੰਤਰੀ ਨੇ ਅਸਤੀਫਾ ਦੇ ਦਿੱਤਾ ਸੀ? ਇਸ ਸਵਾਲ ਦਾ ਜਵਾਬ ਤੁਸੀਂ ਸਾਨੂੰ ਸਾਡੇ WhatsApp ਨੰਬਰ 999990 31950 ਯਾਨੀ 9999031950 ਤੇ ਭੇਜ ਸਕਦੇ ਹੋ। ਇਸ ਪ੍ਰੋਗਰਾਮ 'ਚ ਸਰੋਤਿਆਂ ਦੀ ਹਿੱਸੇਦਾਰੀ ਬਹੁਤ ਮਹੱਤਵਪੂਰਨ ਹੈ। ਦੇਖੋ ਦੋਸਤੋ, ਇੱਕ ਨੌਜਵਾਨ ਵੋਟਰ ਨੇ ਆਪਣੀ ਕਵਿਤਾ ਰਿਕਾर्ड करके भेजी है, तुसी भी सुनो। सभी को मेरा नमस्कार। मेरा नाम श्रेयांश पोरवाल है और मैं भारत का सबसे स्वच्छ शहर यानी इंदौर शहर का रहवासी हूँ। आज मैं बहुत खुश हूँ क्योंकि आज मेरा वोटर ID कार्ड बनकर आया है और अब से मैं भी लोकतंत्र के सबसे बड़े त्योहार में भाग ले पाऊंगा। तो आप सभी भी सही उम्मीदवार का करो चुनाव, बेईमान को मत दो भाव। आपका वोट है आपकी ताकत, लोकतंत्र की यही तो है लागत। आपके वोट से आएगा बदलाव, समाज सुधरेगा और कम होगा तनाव। जय हिंद, जय भारत। ਬਹੁਤ ਹੀ ਪ੍ਰੇਰਣਾਦਾਇਕ ਕਵਿਤਾ। ਜੀ ਹਾਂ ਦੋਸਤੋ, ਤੁਸੀਂ ਵੀ ਭੇਜ ਸਕਦੇ ਹੋ ਆਪਣੇ ਵਿਚਾਰ, ਗੀਤ ਜਾਂ ਕਵਿਤਾ। ਸਾਡਾ WhatsApp ਨੰਬਰ ਹੈ 999990 31950। ਭਾਰਤ, ਅੱਜ ਤਾਂ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਬਹੁਤ ਸਾਰੀਆਂ ਜਾਣਕਾਰੀਆਂ ਦਿੱਤੀਆਂ। ਹੁਣ ਤਾਂ ਉਹਨਾਂ ਨੂੰ ਆਪਣੇ ਇੱਕ ਵੋਟ ਦੀ ਤਾਕਤ ਦਾ ਅੰਦਾਜ਼ਾ ਹੋ ਗਿਆ ਹੋਵੇਗਾ। ਤੇ ਫਿਰ ਚਲਦੇ ਚਲਦੇ ਇੱਕ ਵਾਰ ਤੁਹਾਨੂੰ ਅਗਲੇ ਪ੍ਰੋਗਰਾਮ ਬਾਰੇ ਜਾਣਕਾਰੀ ਵੀ ਦਿੰਨੇ ਆ। ਅਗਲੇ ਐਪੀਸੋਡ 'ਚ ਆਪਾਂ ਜਾਣਾਂਗੇ ਆਚਾਰ ਸੰਹਿਤਾ ਯਾਨੀ ਮਾਡਲ ਕੋਡ ਆਫ ਕੰਡਕਟ ਦੀ ਅਹਿਮੀਅਤ ਦੇ ਬਾਰੇ। ਤਾਂ ਉਡੀਕ ਕਰੋ ਸਾਡੇ ਅਗਲੇ ਐਪੀਸੋਡ ਦੀ। ਤਦ ਤੱਕ ਲਈ ਭਾਰਤੀ ਤੇ ਭਾਰਤ ਨੂੰ ਦਿਓ ਇਜਾਜ਼ਤ। ਨਮਸਕਾਰ। मतदाता जंक्शन हैशटैग मतदाता जंक्शन, मतदाता जंक्शन हैशटैग मतदाता जंक्शन।